मिशन उत्तर प्रदेश छड्ड के मिशन इंसाफ होना चाहिए। FIR जो बाय नेम हुई है ना, ये बहुत वड्डी गल है। गोदी मीडिया ने सारे चलाया कि गलत आ, ये तो जी उपद्रवी किसान चलाया गोदी मीडिया ने। सिवे बालना का तो तुहानूं हो गया, जल्दी सिवे बल जाने। इन्होंने लगता कि हाँ कोई सबूत नहीं रहेगा, कोई क्राइसिस नहीं खड़ा होएगा। जिस तरह का समझौता होया, पहला गिरफ्तारी होनी चाहिए सी। 45 लाख मैटर नहीं करता, मैटर उन्हों दी जाना करदियां ने, किसान संघर्ष करता है। की राकेश टिकैत संयुक्त मोर्चे दे नाल जुड़े हुए सीगे, संयुक्त मोर्चे दे इन टच सीगे। ना मावां दे पुत चले गए, उन्होंने कोई धरवासता चाहिए सी ना। 5 लोग फैसला लैणगे तां एक सांझी सहमति बनेगी। एक बंदा कोई करेगा, एक बंदे ते सब कुछ छड्ड दिता जाएगा, वो गलती कर सकता। ਕੀ ਲੱਗਦਾ ਕਿ ਰਾਕੇਸ਼ ਟਿਕੈਤ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਹੋ ਸਕਦਾ? ਲੀਡਰਾਂ ਤੇ ਵੀ ਦਬਾਅ ਹੁੰਦਾ, ਸੰਘਰਸ਼ ਲੜਨ ਵਾਲੇ ਲੋਕਾਂ ਤੇ ਅਕਸਰ ਦਬਾਅ ਆਉਂਦੇ ਨੇ। ਟਿਕੈਤ ਸਾਹਿਬ ਨੂੰ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ ਸੀ, ਇਹੋ ਜਿਹੇ ਮਸਲੇ ਇੰਨੀ ਕਾਹਲੀ 'ਚ ਨਹੀਂ ਨਿਬੇੜੀ ਦੇ ਹੁੰਦੇ। ਇਹ ਸੋਚ ਸਕਦਾ ਕਿ ਜੇ ਮੰਤਰੀ ਦੇ ਮੁੰਡੇ ਨਾਲ ਆਇਆ ਹੁੰਦਾ ਜਾਂ ਮੰਤਰੀ ਦੇ ਪਰਿਵਾਰ ਨਾਲ ਆਇਆ ਹੁੰਦਾ ਕੀ ਹੁੰਦਾ। ਸਭ ਤੋਂ ਪਹਿਲਾਂ ਗ੍ਰਿਫਤਾਰੀਆਂ ਹੋਣੀਆਂ ਸੀ, FIR ਵੀ ਫੇਰ ਹੁੰਦੀ। ਪ੍ਰੈਸ਼ਰ ਹੋਣਾ ਚਾਹੀਦਾ ਪ੍ਰਸ਼ਾਸਨ ਤੇ, ਉਹਨਾਂ ਨੂੰ ਅਲਟੀਮੇਟਮ ਦੇਣਾ ਚਾਹੀਦਾ ਕਿ ਜੇ ਨਹੀਂ ਕਰੋਗੇ ਤਾਂ ਸਾਰਾ ਆ ਕੇ ਸੰਯੁਕਤ ਮੋਰਚਾ ਉੱਥੇ ਬਹਿ ਜੂਗਾ। ਲਖੀਮਪੁਰ ਖੀਰੀ 'ਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਇੱਕ ਪਾਸੇ ਦੁੱਖ ਦੇ ਵਿੱਚ ਨੇ, ਪਰ ਦੂਜੇ ਪਾਸੇ ਉਹਨਾਂ ਦੇ ਅੱਗੇ ਬਹੁਤ ਵੱਡੇ ਸਵਾਲ ਵੀ ਨੇ। ਇਸੇ ਪੂਰੇ ਘਟਨਾਕ੍ਰਮ ਨੂੰ ਡੀਕੋਡ ਕਰਾਂਗੇ ਰਾਜਨੀਤੀ ਡੀਕੋਡ ਦੇ ਵਿੱਚ ਯਾਦਵਿੰਦਰ ਸਿੰਘ ਦੇ ਨਾਲ। ਯਾਦਵਿੰਦਰ ਜੀ, FIR ਹੈ ਜਿਹੜੀ ਹੋ ਚੁੱਕੀ ਹੈ, FIR ਦੀ ਕਾਪੀ ਹੈ ਜਿਹੜੀ ਆਸ਼ੀਸ਼ ਮਿਸ਼ਰਾ ਤੇ ਹੋਈ ਹੈ ਉਹ ਵੀ ਆ ਚੁੱਕੀ ਹੈ, ਪਰ ਕੀ FIR ਦੇ ਅਨੁਸਾਰ ਜਿਹੜਾ ਸਮਝੌਤਾ ਹੋਇਆ ਉਹ ਠੀਕ ਹੈ? ਦੇਖੋ, FIR ਦੇ ਅੰਦਰ ਤਾਂ ਸਪਸ਼ਟ ਆ ਕਿ ਕਿਸ ਤਰੀਕੇ ਨਾਲ ਗੁੰਡਾਗਰਦੀ ਕੀਤੀ, ਗੋਲੀਆਂ ਚਲਾਈਆਂ, ਗੰਨੇ ਦੇ ਖੇਤਾਂ ਚਲਾ ਗਿਆ, ਉਹ ਇਹਦੇ ਪਿੱਛੇ ਕੀ ਰਹਿ ਗਿਆ। ਯਾਨੀ ਜਿਸ ਤਰ੍ਹਾਂ ਦਾ ਸਮਝੌਤਾ ਹੋਇਆ, ਪਹਿਲਾਂ ਗ੍ਰਿਫਤਾਰੀ ਹੋਣੀ ਚਾਹੀਦੀ ਸੀਗੀ। ਇਸੇ ਨੂੰ ਲੈ ਕੇ ਪਰਿਵਾਰਾਂ ਨੇ ਸਵਾਲ ਖੜੇ ਕੀਤੇ ਨੇ। ਪਰਿਵਾਰਾਂ ਨੇ ਉੱਥੇ ਕਿਹਾ ਕਿ 45 ਲੱਖ ਨਾਲ ਸਾਡੇ ਪੁੱਤ ਨਹੀਂ ਮੁੜੇ ਆਉਣੇ। 45 ਲੱਖ ਮੈਟਰ ਨਹੀਂ ਕਰਦਾ, ਮੈਟਰ ਉਹਨਾਂ ਦੀਆਂ ਜਾਨਾਂ ਕਰਦੀਆਂ ਨੇ, ਕਿਸਾਨ ਸੰਘਰਸ਼ ਕਰਦਾ। ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰੀਕੇ ਨਾਲ ਰਾਕੇਸ਼ ਟਿਕੈਤ ਗਏ ਉੱਥੇ, ਉਹਦੇ ਤੇ ਬਹੁਤ ਸਾਰੇ ਸਵਾਲ ਖੜੇ ਹੋਏ ਕਿ ਪ੍ਰਿੰਕਾ ਨੂੰ ਨਹੀਂ ਜਾਣ ਦਿੱਤਾ ਗਿਆ, ਰਾਕੇਸ਼ ਟਿਕੈਤ ਸਿੱਧੇ ਹੀ ਚਲੇ ਗਏ। ਰਾਕੇਸ਼ ਟਿਕੈਤ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ। ਫਿਰ ਕੀ ਰਾਕੇਸ਼ ਟਿਕੈਤ ਸੰਯੁਕਤ ਮੋਰਚੇ ਦੇ ਨਾਲ ਜੁੜੇ ਹੋਏ ਸੀਗੇ, ਸੰਯੁਕਤ ਮੋਰਚੇ ਦੇ ਇਨ ਟੱਚ ਸੀਗੇ, ਸੰਯੁਕਤ ਮੋਰਚੇ ਨਾਲ ਗੱਲ ਕਰ ਰਹੇ ਸੀ? ਕੀ ਰਾਕੇਸ਼ ਟਿਕੈਤ 32 ਜਥੇਬੰਦੀਆਂ ਨਾਲ ਗੱਲ ਕਰ ਰਹੇ ਸੀ? ਕਿਉਂਕਿ ਅਲਟੀਮੇਟਲੀ ਤਾਂ ਅੰਦੋਲਨ ਪਹਿਲਾਂ 32 ਜਥੇਬੰਦੀਆਂ ਫਿਰ ਸੰਯੁਕਤ ਮੋਰਚਾ ਬਣਦਾ। ਕਿ ਉਹਨਾਂ ਨੇ ਫੈਸਲੇ ਜਿਹੜੇ ਲਏ, ਉੱਥੇ ਐਲਾਨ ਕੀਤਾ ਜਿਸ ਗੱਲ ਦਾ ਕਿ ਉਹ ਸਾਰਿਆਂ ਨਾਲ ਸਹਿਮਤੀ ਨਾਲ ਲਿਆ ਜਾਂ ਆਪਣੇ ਤਰੀਕੇ ਨਾਲ ਹੀ ਫੈਸਲੇ ਲੈ ਲਏ। ਚਾਹੇ ਪੰਜਾਬ ਦੇ ਅੰਦਰ ਕੋਈ ਘਟਨਾ ਹੋ ਜੇ, ਪਰ ਉਹਦੇ ਫੈਸਲੇ ਸੰਯੁਕਤ ਮੋਰਚੇ 'ਚ ਲਏ ਜਾਂਦੇ ਨੇ। ਇਹ ਨਹੀਂ ਕਿ ਇਹ ਫੈਸਲੇ ਆ। ਅਤੇ ਬਹੁਤ ਸਾਰੇ ਸਵਾਲ ਖੜੇ ਹੋਏ, ਉਹਨਾਂ ਪਰਿਵਾਰਾਂ ਨੇ ਵੀ ਖੜੇ ਕੀਤੇ। ਅੱਜ ਉਹ ਪਰਿਵਾਰ ਸੰਸਕਾਰ ਕਰਨ ਨੂੰ ਤਿਆਰ ਨਹੀਂ ਸੀ। ਅਗਲਿਆਂ ਦੇ ਘਰਾਂ 'ਚ ਬੈਣ ਪੈ ਰਹੇ ਨੇ, ਇੰਨਾ ਉਦਾਸ ਮਾਹੌਲ ਹੈ। ਔਰ ਨੌਜਵਾਨ 18 ਸਾਲ 19 ਸਾਲ ਉਮਰ, ਕਿੰਨੀ ਕੁ ਉਮਰ ਹੁੰਦੀ ਆ, ਉਹ ਥੋੜ੍ਹੀ ਉਮਰ ਹੁੰਦੀ ਹੈਗੀ। ਉੱਥੇ ਇਹੋ ਜਿਹਾ ਕੁਛ ਹੋ ਰਿਹਾ ਅਤੇ ਤੁਸੀਂ ਇੱਕਦਮ ਸਮਝੌਤਾ ਕਰਵਾ ਦਿੰਦੇ ਹੋ। ਮਾਹੌਲ ਦੇਖਣਾ ਚਾਹੀਦਾ ਸੀਗਾ। 45 ਲੱਖ ਮੈਟਰ ਨਹੀਂ ਕਰਦਾ। ਅਸੀਂ ਨਹੀਂ ਕਹਿੰਦੇ ਸਮਝੌਤਾ ਨਹੀਂ ਹੋਣਾ ਚਾਹੀਦਾ। ਮੰਨ ਲਓ ਅਗਰ ਕਿਸੇ ਗੱਲ ਦੇ ਉੱਤੇ ਸਰਕਾਰ ਮੰਨ ਰਹੀ ਹੈ ਅਤੇ ਅਲਟੀਮੇਟਲੀ ਤਾਂ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ, ਪਰ ਅਰੈਸਟ ਹੋਣੀ ਚਾਹੀਦੀ ਸੀ। ਹੁਣ ਵੀ ਕਿਹਾ ਗਿਆ ਅਰੈਸਟ ਕਰਾਂਗੇ, ਹੁਣ ਵੀ FIR 'ਚ ਨਾਮ ਆ ਮੰਤਰੀ ਦਾ ਨਾਮ, ਮੰਤਰੀ ਦੇ ਮੁੰਡੇ ਦਾ ਨਾਂ, ਮੰਤਰੀ ਦੇ ਮੁੰਡੇ ਦੀ ਗੁੰਡਾਗਰਦੀ ਇੱਥੇ ਦੱਸੀ ਗਈ ਹੈ ਕਿ ਮੰਤਰੀ ਦੇ ਮੁੰਡੇ ਨੇ ਕਿਵੇਂ ਗੁੰਡਾਗਰਦੀ ਕੀਤੀ। ਪਰ ਜਿਨ੍ਹਾਂ ਮਾਵਾਂ ਦੇ ਪੁੱਤ ਚਲੇ ਗਏ, ਉਹਨਾਂ ਨੂੰ ਕੋਈ ਧਰਵਾਸਤਾ ਚਾਹੀਦਾ ਸੀ ਨਾ। ਹੁਣ ਉਹਨਾਂ ਨੇ ਕਿਹਾ ਸਾਨੂੰ ਤਾਂ ਆ ਕੇ ਐਲਾਨ ਕਰਤਾ ਫੈਸਲੇ ਦਾ। ਪਰਿਵਾਰਾਂ ਨੂੰ ਭਰੋਸੇ 'ਚ ਲੈਣਾ, ਸੰਯੁਕਤ ਮੋਰਚੇ ਨੂੰ ਭਰੋਸੇ 'ਚ ਲੈਣਾ, 32 ਜਥੇਬੰਦੀਆਂ ਨੂੰ ਭਰੋਸੇ 'ਚ ਲੈਣਾ, ਪੰਜਾਬ ਦੇ ਸਾਰੇ ਲੀਡਰਾਂ ਨੂੰ, ਦੇਸ਼ ਦੇ ਸਾਰੇ ਕਿਸਾਨ ਲੀਡਰਾਂ ਨੂੰ ਭਰੋਸੇ 'ਚ ਲੈਣਾ ਇਹ ਜ਼ਰੂਰੀ ਸੀ। ਦੇਖੋ, ਰਾਕੇਸ਼ ਟਿਕੈਤ ਉਹੀ ਨੇ ਜਿਨ੍ਹਾਂ ਲਈ ਪੰਜਾਬ ਨੇ ਹਾਂ ਦਾ ਨਾਅਰਾ ਮਾਰਿਆ ਸੀ, ਜਿਨ੍ਹਾਂ ਦੇ ਨਾਲ ਸਾਰਾ ਪੰਜਾਬ ਖੜਾ ਹੋ ਗਿਆ ਸੀ। ਅੱਜ ਰਾਕੇਸ਼ ਟਿਕੈਤ, ਅਸੀਂ ਇਹ ਨਹੀਂ ਕਹਿੰਦੇ ਕਿ ਉਹ ਸ਼ੱਕੀ ਹੋ ਗਏ ਜਾਂ ਰਾਕੇਸ਼ ਟਿਕੈਤ ਨੂੰ ਕੋਈ ਅਸੀਂ ਉਹਨਾਂ ਦੀ ਲੋਚਨਾ ਕਰ ਰਹੇ ਹਾਂ, ਪਰ ਰਾਕੇਸ਼ ਟਿਕੈਤ ਹੋਰਾਂ ਨੂੰ ਜ਼ਰੂਰ ਚਾਹੀਦਾ ਸੀਗਾ ਕਿ ਉਹ ਸਾਰਿਆਂ ਦੇ ਨਾਲ ਰਾਏ ਕਰਦੇ। ਕੀ ਇਹ ਰਾਏ ਹੋਈ ਹੈ? ਸਾਨੂੰ ਨਹੀਂ ਪਤਾ ਹੋਈ ਹੈ ਜੇ, ਤਾਂ ਇਹਦੇ ਬਾਰੇ ਸੰਯੁਕਤ ਮੋਰਚਾ ਦੱਸ ਸਕਦਾ। ਪਰ ਇਹ ਗੱਲਾਂ ਆਪਸ 'ਚ ਹੋਣੀਆਂ ਚਾਹੀਦੀਆਂ ਸੀਗੀਆਂ। ਉੱਥੇ ਇੱਕ ਰੋਸ ਦਾ ਮਾਹੌਲ ਸੀ, ਗੁੱਸੇ ਦਾ ਮਾਹੌਲ ਸੀ। ਸਾਡੇ ਰਿਪੋਰਟਰ ਵਿਕਰਮ ਮੌਕੇ 'ਤੇ ਨੇ, ਉਹਨਾਂ ਨੇ ਵੀ ਦੱਸਿਆ, ਜਿਹੜੇ ਹੋਰ ਲੋਕ ਗਏ ਹੋਏ ਨੇ ਉਹਨਾਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਦਾ ਮਾਹੌਲ ਉੱਥੇ ਹੈਗਾ। ਉਹਨਾਂ ਪਰਿਵਾਰਾਂ 'ਚ ਰੋਸ ਸੀ ਇਸ ਗੱਲ ਦਾ ਕਿ ਸਾਡੇ ਮੁੰਡੇ 45 ਲੱਖ ਦੇ ਆ। 45 ਲੱਖ ਰੁਪਈਆ ਕੀ ਹੁੰਦਾ ਗਾ? ਇੱਕ ਜ਼ਿੰਦਗੀ ਦੇ ਸਾਹਮਣੇ 45 ਲੱਖ ਰੁਪਈਆ ਕੁਝ ਵੀ ਨਹੀਂ ਹੁੰਦਾ। ਜੇ ਉਹ 45 ਲੱਖ ਤੁਸੀਂ ਸਮਝੌਤਾ ਕਰਾ ਕੇ ਗੱਲਾਂ ਕਹਿ ਕੇ ਆ ਗਏ, ਉਸ ਤੋਂ ਬਾਅਦ ਕਿਤੇ ਹੁਣ ਉਦੋਂ ਬਾਅਦ ਪ੍ਰੈਸ਼ਰ ਬਿਲਡ ਹੋਇਆ। ਪਰਿਵਾਰਾਂ ਨੇ ਜਦੋਂ ਕਿਹਾ ਸੰਸਕਾਰ ਨਹੀਂ ਕਰਾਂਗੇ, ਫਿਰ ਕਿਤੇ ਜਾ ਕੇ FIR 'ਚ ਨਾ ਪਿਆ।
ਹੁਣ ਲੋਕਾਂ ਨੂੰ ਘੱਟੋ ਘੱਟ ਇੰਨਾ ਕੁ ਭਰੋਸਾ ਵੱਜਿਆ ਕਿ ਚਲੋ ਨਾ ਤਾਂ ਪਿਆ, ਪਰ ਗ੍ਰਿਫਤਾਰੀ ਪਹਿਲਾਂ ਹੋਣੀ ਚਾਹੀਦੀ ਸੀ। ਰਿਕਵੈਸਟ ਕਹਿ ਜਾ ਕੇ ਐਲਾਨ ਕਰਦੇ ਕਿ ਅਸੀਂ ਉਹਨਾਂ ਚਿਰ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਗ੍ਰਿਫਤਾਰੀ ਨਹੀਂ ਹੋਏਗੀ। ਵੱਡੀਆਂ ਵੱਡੀਆਂ ਦੀਆਂ ਗ੍ਰਿਫਤਾਰੀਆਂ ਉਹ ਤਾਂ ਇੰਟਰਵਿਊਆਂ ਦੇ ਰਹੇ ਨੇ। ਗੋਦੀ ਮੀਡੀਆ ਦੇ ਅੰਦਰ ਜਿਹੜਾ ਗਲਤ ਚਲਾ ਰਿਹਾ ਹੈਗਾ, ਗੋਦੀ ਮੀਡੀਆ ਨੇ ਸਾਰਿਆਂ ਨੇ ਚਲਾਇਆ ਕਿ ਇਹ ਗਲਤ ਆ। ਇਹ ਤਾਂ ਜੀ ਉਪਦਰਵੀ ਕਿਸਾਨ ਚਲਾਇਆ ਗੋਦੀ ਮੀਡੀਆ ਨੇ। ਜਦੋਂ ਕੋਈ ਵੀਡੀਓ ਆ ਗਈ ਹੁਣ ਤਾਂ ਉਹ ਤਾਂ ਕਲੀਅਰ ਆ ਕੌਣ ਉਪਦਰਵੀ ਸੀ ਕੌਣ ਨਹੀਂ ਸੀ। ਆਰਾਮ ਨਾਲ ਸ਼ਾਂਤਮਈ ਪ੍ਰਦਰਸ਼ਨ ਕਰਦੇ ਲੋਕਾਂ ਤੇ ਗੱਡੀ ਚਾੜਤੀ ਤੁਸੀਂ। ਤਾਂ ਗੋਦੀ ਮੀਡੀਆ ਤੇ ਉਹ ਬਾਈਟਾਂ ਦੇ ਰਹੇ ਨੇ, ਗੋਦੀ ਮੀਡੀਆ ਨੂੰ ਇੰਟਰਵਿਊਆਂ ਦੇ ਰਹੇ ਨੇ ਤਾਂ ਕਿ ਉਹ ਗ੍ਰਿਫਤਾਰ ਨਹੀਂ ਹੋ ਸਕਦੇ ਸੀ। ਇਸ ਕਰਕੇ ਸਾਰੀ ਗੱਲ FIR ਦੇ ਅੰਦਰ ਆ ਚੁੱਕੀ ਆ। ਹੁਣ ਪਹਿਲਾਂ ਸਭ ਤੋਂ ਪਹਿਲਾਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਮਾਵਾਂ ਦੇ ਕਾਲਜੇ ਠੰਡੇ ਹੋਣਗੇ ਵਿਚਾਰੀਆਂ ਦੇ। ਭੈਣਾਂ ਜਿਹੜੀਆਂ ਰੋ ਰਹੀਆਂ ਸੀਗੀਆਂ, 2 ਭੈਣਾਂ ਦਾ ਇਕੱਲਾ ਭਰਾ ਉਹ। ਸ਼ਰਮ ਆਉਣੀ ਚਾਹੀਦੀ ਹੈਗੀ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੂੰ, ਸਰਕਾਰ ਨੂੰ। ਪਹਿਲਾਂ ਗ੍ਰਿਫਤਾਰੀ ਹੋਣੀ ਚਾਹੀਦੀ ਸੀ। ਸਿਵੇ ਬਾਲਣਾ ਦਾ ਤਾਂ ਤੁਹਾਨੂੰ ਹੋ ਗਿਆ ਜਲਦੀ ਸਿਵੇ ਬਲ ਜਾਣ। ਇਹਨਾਂ ਨੂੰ ਲੱਗਦਾ ਕਿ ਹਾਂ ਕੋਈ ਸਬੂਤ ਨਹੀਂ ਰਹੇਗਾ, ਕੋਈ ਕ੍ਰਾਈਸਿਸ ਨਹੀਂ ਖੜਾ ਹੋਏਗਾ, ਸੰਸਕਾਰ ਹੋ ਜੇ, ਇਹੀ ਹੁੰਦਾ ਬਸ। ਸਰਕਾਰਾਂ ਦਾ ਬਹੁਤ ਪ੍ਰੈਸ਼ਰ ਹੁੰਦਾ ਸੀ। ਇਹ ਪਹਿਲਾ ਮਾਮਲਾ ਨਹੀਂ, ਮੈਂ ਬਹੁਤ ਸਾਰੇ ਪਿਛਲੇ 10-15 ਸਾਲ ਤੋਂ ਪੱਤਰਕਾਰੀ 'ਚ ਦੇਖਿਆ ਹੈਗਾ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ, ਪ੍ਰਸ਼ਾਸਨ ਦਾ ਪਹਿਲਾ ਕੰਮ ਇਹ ਹੁੰਦਾ, ਪਹਿਲਾ ਜ਼ੋਰ ਇਸ ਗੱਲ 'ਤੇ ਲੱਗ ਜਾਂਦਾ ਕਿ ਸੰਸਕਾਰ ਕਰ ਦਿਓ, ਸੰਸਕਾਰ ਕਰ ਦਿਓ, ਸੰਸਕਾਰ ਕਰ ਦਿਓ, ਤਾਂ ਕਿ ਸੰਸਕਾਰ ਕਰਕੇ ਗੱਲ ਨਿਬੜੇ, ਰੋਸ ਉਸ ਤਰ੍ਹਾਂ ਦਾ ਨਾ ਵਧੇ। ਅਸੀਂ ਦੇਖਿਆ ਬਹੁਤ ਸਾਰੇ ਦੇਖਿਆ ਹਰਿਆਣੇ 'ਚ, ਪੰਜਾਬ 'ਚ ਇਸ ਤਰ੍ਹਾਂ ਦੇ ਕਾਂਡ ਜਿੱਥੇ ਸਰਕਾਰਾਂ ਦਾ ਜ਼ੋਰ ਲੱਗ ਜਾਂਦਾ ਕਿ ਸੰਸਕਾਰ ਕਰਾ ਦਿਓ ਬਸ। ਇਸ ਕਰਕੇ ਸ਼ਰਮਨਾਕ ਗੱਲ ਹੈ ਇਹ। ਔਰ ਸੰਯੁਕਤ ਮੋਰਚੇ ਨੂੰ ਵੀ 32 ਜਥੇਬੰਦੀਆਂ ਨੂੰ ਪੂਰੀ ਇਨਵੋਲਵਮੈਂਟ 'ਚ ਲੈ ਕੇ ਆਉਣ ਦੀ ਲੋੜ ਹੈ। ਅਸੀਂ ਨਹੀਂ ਕਹਿੰਦੇ ਨਹੀਂ ਹੈ ਉਹਨਾਂ ਦੀ, ਹੋਰ ਜ਼ਿਆਦਾ ਤਿੱਖੇ ਤਰੀਕੇ ਦੇ ਨਾਲ ਇੰਟਰਵੈਨ ਕਰਨ ਦੀ ਲੋੜ ਆ। ਕਿਸੇ ਇੱਕ ਲੀਡਰ 'ਤੇ ਨਹੀਂ ਛੱਡਣਾ ਚਾਹੀਦਾ। ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਰਕੇਸ਼ ਟਕੈਤ ਦੀ ਇੰਟੈਗ੍ਰਿਟੀ ਦੇ ਉੱਤੇ ਕੋਈ ਸਵਾਲ ਖੜੇ ਕਰ ਰਹੇ ਹਾਂ, ਪਰ ਇਕੱਲੇ ਲੀਡਰ ਦਾ ਮਸਲਾ ਨਹੀਂ ਹੈ ਇਹ, ਪੂਰਾ ਅੰਦੋਲਨ ਆ। ਸੰਯੁਕਤ ਮੋਰਚਾ ਇੱਥੇ ਸਾਰੇ ਕਿਸਾਨ ਨੇ, ਸਾਰੇ ਕਿਸਾਨ ਲੀਡਰ ਨੇ। ਜਦੋਂ ਵੀ ਸਮੂਹਿਕਤਾ ਦੀ ਗੱਲ ਕਿਉਂ ਆਉਂਦੀ ਹੈ, ਗੁਰੂ ਸਾਹਿਬ ਨੇ ਕਿਉਂ ਕਿਹਾ ਕਿ 5 ਜਾਣੇ ਫੈਸਲੇ ਲੈਣਗੇ? 5 ਪਿਆਰਿਆਂ ਦਾ ਕਨਸੈਪਟ ਕਿਉਂ ਆ? ਗੁਰੂ ਸਾਹਿਬ ਨੇ ਕਿਉਂ ਕਿਹਾ ਕਿ ਸੰਗਤ ਸਵਾ ਵਿਸਵੇ ਆ, ਕਿ ਸੰਗਤ ਵੱਡੀ ਆ? ਕਿਉਂ? ਤਾਂ ਕਿ ਕੋਈ ਇੱਕ ਬੰਦੇ ਤੇ ਸੈਂਟਰਿਕ ਨਾ ਹੋ ਜੇ ਸਾਰਾ ਕੁਝ। ਇੱਕ ਬੰਦਾ ਗਲਤ ਹੋ ਸਕਦਾ। ਜਦੋਂ ਕਿਹਾ ਗਿਆ ਕਿ ਗੁਰੂ ਮਾਨਿਓ ਗ੍ਰੰਥ, ਕਿਸੇ ਬੰਦੇ ਨੂੰ ਵੀ ਕਹਿ ਸਕਦੇ ਸੀ, ਕਿਉਂ ਨਹੀਂ ਕਿਹਾ? ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ, ਉਹ ਗਲਤ ਨਹੀਂ ਹੋ ਸਕਦੇ। ਬੰਦਾ ਕੋਈ ਗਲਤੀ ਕਰ ਸਕਦਾ। 5 ਪਿਆਰੇ ਜਦੋਂ ਪੰਜ ਲੋਕ ਫੈਸਲਾ ਲੈਣਗੇ ਤਾਂ ਇੱਕ ਸਾਂਝੀ ਸਹਿਮਤੀ ਬਣੇਗੀ। ਇੱਕ ਬੰਦਾ ਕੋਈ ਕਰੇਗਾ, ਇੱਕ ਬੰਦੇ ਤੇ ਸਭ ਕੁਝ ਛੱਡ ਦਿੱਤਾ ਜਾਏਗਾ, ਉਹ ਗਲਤੀ ਕਰ ਸਕਦਾ। ਉਹ ਗਲਤੀ ਕਰ ਸਕਦਾ ਜਿਹਦਾ ਖਮਿਆਜ਼ਾ ਪੂਰੀ ਕੌਮ ਨੂੰ ਭੁਗਤਣਾ ਪੈ ਸਕਦਾ, ਦੇਸ਼ ਨੂੰ ਭੁਗਤਣਾ ਪੈ ਸਕਦਾ, ਸਮਾਜ ਨੂੰ ਭੁਗਤਣਾ ਪੈ ਸਕਦਾ। ਇਸ ਕਰਕੇ ਸ਼ਰਮਨਾਕ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ, ਪਰ ਜ਼ਰੂਰੀ ਹੈ ਕਿ ਹੁਣ ਇਸ ਮਸਲੇ ਦੇ ਉੱਤੇ ਕੋਈ ਸਹਿਮਤੀ ਬਣਾ ਕੇ ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇ ਤੇ ਇਨਸਾਫ ਲਿਆ ਜਾਵੇ। ਯਾਦਵਿੰਦਰ ਜੀ, ਕੀ ਲੱਗਦਾ ਜਿਵੇਂ ਇਹ ਸਮਝੌਤਾ ਹੋਇਆ, ਪਰਿਵਾਰ ਵੀ ਖੁਸ਼ ਨਹੀਂ ਹੈਗੇ, ਕੀ ਲੱਗਦਾ ਕਿ ਰਾਕੇਸ਼ ਟਕੈਤ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਹੋ ਸਕਦਾ? ਦੇਖੋ, ਦਬਾਅ ਤਾਂ ਹੁੰਦੇ ਹੈਗੇ। ਇਹ ਤਾਂ ਹੁਣ ਲੀਡਰ ਮੰਨਣ ਜਾਂ ਨਾ ਮੰਨਣ, ਸਾਰਿਆਂ ਦੇ ਉੱਤੇ ਹੀ ਦਬਾਅ ਹੁੰਦੇ। ਦਬਾਅ ਕਿਸੇ ਨੇ ਕਿੰਨਾ ਮੰਨਣਾ? ਅਸੀਂ ਪੱਤਰਕਾਰੀ ਕਰਦੇ ਹਾਂ, ਸਾਡੇ ਤੇ ਦਬਾਅ ਨਹੀਂ ਹੁੰਦੇ ਹੈਗੇ। ਪੱਤਰਕਾਰਾਂ ਤੇ ਦਬਾਅ ਪਾਇਆ ਜਾਂਦਾ ਹੈਗਾ, ਪੋਲੀਟੀਕਲ ਪਾਰਟੀਆਂ ਪਾਉਂਦੀਆਂ ਨੇ, ਸਰਕਾਰਾਂ ਪਾਉਂਦੀਆਂ ਨੇ। ਇਹ ਤਾਂ ਕਿਸੇ ਨੇ ਦਬਾਅ ਨੂੰ ਕਿਵੇਂ ਮੰਨਣਾ, ਕਿਵੇਂ ਨਹੀਂ ਮੰਨਣਾ, ਉਹ 'ਤੇ ਨਿਰਭਰ ਕਰਦਾ ਹੈ। ਲੀਡਰਾਂ 'ਤੇ ਵੀ ਦਬਾਅ ਹੁੰਦਾ, ਸੰਘਰਸ਼ ਲੜਨ ਵਾਲੇ ਲੋਕਾਂ 'ਤੇ ਅਕਸਰ ਦਬਾਅ ਹੁੰਦੇ ਨੇ, ਸਰਕਾਰਾਂ ਦੇ ਦਬਾਅ ਹੁੰਦੇ ਨੇ, ਏਜੰਸੀਆਂ ਦੇ ਦਬਾਅ ਹੁੰਦੇ ਨੇ, ਪਾਰਟੀਆਂ ਦੇ ਦਬਾਅ ਹੁੰਦੇ ਨੇ। ਇਹ ਤਾਂ ਉਹਨਾਂ ਨੇ ਤੈਅ ਕਰਨਾ ਹੁੰਦਾ ਕਿੰਨਾ ਦਬਾਅ ਮੰਨਣਾ, ਕਿੰਨਾ ਨਹੀਂ ਮੰਨਣਾ। ਦਬਾਅ ਹੋਏਗਾ, ਅਸੀਂ ਨਹੀਂ ਕਹਿੰਦੇ ਨਹੀਂ ਹੋਏਗਾ। ਟਕੈਤ ਉੱਥੋਂ ਦੇ ਲੀਡਰ ਨੇ, ਟਕੈਤ 'ਤੇ ਦਬਾਅ ਹੋਏਗਾ। ਪਰ ਤੁਹਾਨੂੰ ਸਰਕਾਰ ਇੰਪੋਰਟੈਂਟ ਆ ਜਾਂ ਲੋਕ ਇੰਪੋਰਟੈਂਟ ਨੇ? ਤੁਹਾਡੇ ਲੋਕ ਅਹਿਮ ਨੇ ਤੁਹਾਡੇ ਲਈ ਜਾਂ ਸਰਕਾਰ ਅਹਿਮ? ਠੀਕ ਆ, ਸਰਕਾਰ ਨਾਲ ਕੋਈ ਇਹ ਨਹੀਂ ਕਿ ਗੋਲੀ ਚੱਲੀ ਹੋਈ ਹੈ ਜਾਂ ਸਰਕਾਰ ਨਾਲ ਕੋਈ ਵੱਟ ਦਾ ਰੌਲਾ। ਇਨਸਾਫ ਦਾ ਰੌਲਾ, ਇੱਕ ਧੱਕਾ ਹੋਇਆ, ਸਰੇਆਮ ਧੱਕਾ ਹੋਇਆ, ਇੱਕ ਪਰਿਵਾਰਾਂ ਦੇ ਬੱਚੇ ਚਲੇ ਗਏ, ਉਹਦੇ 'ਚ ਤੇ ਤੁਹਾਨੂੰ ਸੈਂਸਿਟਿਵਲੀ ਪਰਿਵਾਰਾਂ ਨਾਲ ਖੜੇ ਹੋਣ ਦੀ ਲੋੜ ਆ। ਅਸੀਂ ਇਹ ਨਹੀਂ ਕਹਿ ਰਹੇ ਕਿ ਉਹ ਨਹੀਂ ਖੜੇ ਹੋਏ, ਪਰ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ ਸੀ। ਟਕੈਤ ਸਾਹਿਬ ਨੂੰ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ ਸੀ। ਇਹੋ ਜਿਹੇ ਮਸਲੇ ਇੰਨੀ ਕਾਹਲੀ 'ਚ ਨਹੀਂ ਨਿਬੇੜੀਦੇ ਹੁੰਦੇ। ਸਾਰਿਆਂ ਦੀ ਸਹਿਮਤੀ ਬਣਾਉਣ ਦੀ ਲੋੜ ਸੀ। ਸੰਯੁਕਤ ਮੋਰਚੇ ਨਾਲ ਗੱਲ ਕਰਦੇ, ਲੀਡਰਾਂ ਨਾਲ ਗੱਲ ਕਰਦੇ, ਪਰਿਵਾਰਾਂ ਨਾਲ ਗੱਲ ਕਰਦੇ, ਲੋਕਲ ਜਥੇਬੰਦੀਆਂ ਨਾਲ ਗੱਲ ਕਰਦੇ, ਪਿੰਡਾਂ 'ਚ ਲੋਕਾਂ ਨਾਲ ਜਾ ਕੇ ਗੱਲ ਕਰਦੇ। ਇਹ ਨਹੀਂ ਕਿ ਤੁਸੀਂ ਇੱਕ ਪੁਲ ਬਣੇ ਹੋਏ ਸਰਕਾਰ 'ਤੇ ਜਾ ਕੇ ਤੁਸੀਂ ਗੱਲਾਂ ਕਹਿਤੀਆਂ ਕਿਆ ਹੋ ਗਿਆ। ਗੋਦੀ ਮੀਡੀਆ 'ਚ ਖਬਰ ਚਲਾ ਦਿੱਤੀ ਗਈ ਨਾਲ ਦੀ ਨਾਲ। ਖਬਰ ਤਾਂ ਕਾਹਲੀ ਸੀ ਵੀ ਖਬਰ ਚੱਲ ਜੇ, ਬਸ ਸਮਝੌਤਾ ਹੋ ਗਿਆ, ਸਮਝੌਤਾ ਹੋ ਗਿਆ। ਜੇ ਸਮਝੌਤਾ ਹੋ ਗਿਆ, ਲੋਕ ਡੀਰੇਲ ਹੋ ਜਾਣਗੇ। ਜਿਹੜੇ ਪੰਜਾਬ ਤੋਂ ਜਾ ਰਹੇ ਨੇ, ਕਦੋਂ ਹੋਰ ਜਾ ਰਹੇ ਨੇ, ਉਹ ਚੁੱਪ ਹੋ ਜਾਣਗੇ। ਗੱਲ ਇਹ ਨਹੀਂ ਕਿ ਉਹਨਾਂ ਨੇ ਜਾ ਕੇ ਕੋਈ ਉੱਥੇ ਉਹ ਕਰਨਾ। ਰਾਈਟ ਹੈ ਇਸ ਦੇਸ਼ ਦੇ ਅੰਦਰ। ਯੂਪੀ 'ਚ ਜਾਣਾ ਗੁਨਾਹ ਨਹੀਂ ਹੈਗਾ ਪੰਜਾਬ ਵਾਲਿਆਂ ਦਾ। ਇੱਕ ਆਰਡਰ ਜਾਰੀ ਕਰ ਦਿੱਤਾ ਗਿਆ ਕਿ ਜਿਹੜਾ ਉੱਤਰ ਪ੍ਰਦੇਸ਼ 'ਚ ਆਊਗਾ ਨਹੀਂ ਆਉਣਾ ਚਾਹੀਦਾ ਪੰਜਾਬ ਤੋਂ ਕੋਈ, ਕਿਉਂ ਇਹ ਦੇਸ਼ ਦਾ ਹਿੱਸਾ ਨਹੀਂ ਹੈ ਪੰਜਾਬ, ਜਾਂ ਉੱਤਰ ਪ੍ਰਦੇਸ਼ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ। ਇਸ ਦੇਸ਼ ਤੱਕ ਕਿਤੇ ਵੀ ਜਾ ਸਕਦੇ ਹੋ ਤੁਸੀਂ। ਜੇ ਤਾਂ ਕੋਈ ਗਲਤ ਗੱਲ ਕਰ ਰਿਹਾ ਫਿਰ ਤੁਸੀਂ ਕਹਿ ਸਕਦੇ ਹੋ। ਸ਼ਾਂਤਮਈ ਤਰੀਕੇ ਨਾਲ ਕੋਈ ਕਿਤੇ ਮਰਜ਼ੀ ਜਾ ਕੇ ਬਹਿ ਸਕਦਾ।
ਇਸ ਕਰਕੇ ਜੋ ਕੱਲ ਹੋਇਆ ਉਹ ਬਹੁਤ ਸ਼ਰਮਨਾਕ ਸੀਗਾ। ਇਸੇ ਕਰਕੇ ਅਸੀਂ ਕਹਿੰਦੇ ਕਿ ਜਦੋਂ ਗਈ ਇੰਨੀ ਵੱਡੀ ਘਟਨਾ ਹੋਵੇ ਉਹਦੇ 'ਚ ਕਿਸੇ ਇੱਕ ਵਿਅਕਤੀ ਨੂੰ ਇਹ ਰਾਈਟ ਨਹੀਂ ਆ ਕਿ ਇੱਕ ਵਿਅਕਤੀ ਬਹਿ ਕੇ ਫੈਸਲੇ ਲਵੇ। ਇਕੱਲੇ ਰਕੇਸ਼ ਟਕੈਤ ਕੋਲ ਇਹ ਰਾਈਟ ਨਹੀਂ ਸੀ ਕਿ ਰਕੇਸ਼ ਟਕੈਤ ਹੀ ਸਭ ਕੁਝ ਹੋ ਜਾਣ। ਅਲਟੀਮੇਟ ਅਥਾਰਟੀ ਉਹਨੂੰ ਨਹੀਂ ਬਣਨਾ ਚਾਹੀਦਾ ਸੀ। ਅੱਜ ਪਰਿਵਾਰਾਂ 'ਚ ਇਸੇ ਗੱਲ ਦਾ ਗੁੱਸਾ ਸੀ। ਪਰਿਵਾਰਾਂ ਨੇ ਕਿਹਾ ਹੈਗਾ ਕਿ ਐਂ ਕਿਉਂ ਹੋਇਆ, ਸਾਡੇ ਤਾਂ ਪੁੱਤ ਚਲੇ ਗਏ, 45 ਲੱਖ ਰੁਪਈਆ ਕੀ ਹੈਗਾ ਸਾਡੇ ਲਈ। ਇਸ ਕਰਕੇ ਇਹ ਚੀਜ਼ਾਂ ਤੋਂ ਬਚਣ ਦੀ ਲੋੜ ਹੁੰਦੀ ਹੈ। ਜੇਕਰ ਆਪਾਂ ਪੂਰੇ ਘਟਨਾਕ੍ਰਮ ਨੂੰ ਦੇਖੀਏ ਤਾਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਕਿਵੇਂ ਗੱਡੀ ਚੜਾਈ ਗਈ ਸੀ, ਹਨਾ। ਤਾਂ FIR ਵੀ ਹੋਈ ਆ, ਲੋਕਾਂ ਦੇ ਵੱਲੋਂ ਬਿਆਨ ਵੀ ਦਿੱਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਅੱਖੀ ਦੇਖਿਆ ਗਿਆ ਸਾਰਾ ਕੁਝ। ਪਰ ਸਾਰਾ ਕੁਝ ਸਾਹਮਣੇ ਹੋਣ ਦੇ ਬਾਵਜੂਦ ਵੀ FIR ਹੋ ਗਈ ਹੈ ਪਰ ਗ੍ਰਿਫਤਾਰੀ ਨਹੀਂ ਹੋਈ। ਪਰ ਦੂਜੇ ਪਾਸੇ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਆ, ਕਾਨੂੰਨ ਤੇ ਭਰੋਸਾ ਲੱਗੋ। ਤਾਂ ਕੀ ਲੱਗਦਾ ਕਿ ਇਨਸਾਫ ਦੀ ਉਮੀਦ ਰੱਖਣੀ ਚਾਹੀਦੀ ਆ? ਕਾਨੂੰਨ ਤਾਂ ਜੇ ਸਾਰਿਆਂ ਲਈ ਬਰਾਬਰ ਹੁੰਦਾ ਤਾਂ ਸਭ ਤੋਂ ਪਹਿਲਾਂ ਅਰੈਸਟ ਹੁੰਦੀ। ਜੇ ਕਿਸੇ ਆਮ ਬੰਦੇ ਨੇ ਮੰਤਰੀ ਦੇ ਮੁੰਡੇ ਲਈ ਐਂ ਕੀਤਾ ਹੁੰਦਾ, ਕੀ ਹੁੰਦਾ ਤੁਸੀਂ ਦੱਸੋ? ਇੱਕ ਆਮ ਬੰਦਾ ਇਹ ਸੋਚ ਸਕਦਾ ਕਿ ਜੇ ਮੰਤਰੀ ਦੇ ਮੁੰਡੇ ਨਾਲ ਆਇਆ ਹੁੰਦਾ ਜਾਂ ਮੰਤਰੀ ਦੇ ਪਰਿਵਾਰ ਨਾਲ ਆਇਆ ਹੁੰਦਾ ਕੀ ਹੁੰਦਾ? ਸਭ ਤੋਂ ਪਹਿਲਾਂ ਗ੍ਰਿਫਤਾਰੀਆਂ ਹੋਣੀਆਂ ਸੀ, FIR ਵੀ ਫੇਰ ਹੁੰਦੀ। ਇਹ ਤਾਂ FIR ਨਾ ਚੱਕ ਕੇ ਕਰ ਦਿੰਦੇ ਨੇ, ਬਾਅਦ 'ਚ FIR 'ਚ ਖੁੱਲ੍ਹੀ FIR ਰੱਖ ਲੈਂਦੇ ਨੇ। ਸਾਰਾ ਪਿੰਡ FIR 'ਚ ਪਾ ਦੇਣਾ ਸੀ ਇਹਨਾਂ ਨੇ ਜੇ ਇਸ ਤਰ੍ਹਾਂ ਦੀ ਗੱਲ ਹੋਈ ਹੁੰਦੀ। ਕਿਉਂਕਿ ਉਹ ਮੰਤਰੀ ਦਾ ਮੁੰਡਾ, ਪ੍ਰੈਸ਼ਰ ਸੀਗਾ, ਔਰ ਮੰਤਰੀ ਵੀ ਗ੍ਰਹਿ ਰਾਜ ਮੰਤਰੀ, ਇੱਕ ਪ੍ਰਭਾਵਸ਼ਾਲੀ ਮਹਿਕਮਾ ਉਹਦੇ ਕੋਲੇ, ਪੁਲਿਸ ਅੰਡਰ ਹੁੰਦੀ ਹੈ, ਯਾਨੀ ਪੁਲਿਸ ਦੇ ਨਾਲ ਸਿੱਧਾ ਇੱਕ ਨਾਤਾ ਹੁੰਦਾ ਤੁਹਾਡਾ। ਜੇ ਕਿਸੇ ਆਮ ਬੰਦੇ ਤੋਂ ਇਹ ਘਟਨਾ ਹੋਈ ਹੁੰਦੀ ਕਿਸੇ ਪ੍ਰਤੀ ਵੀ, ਕੀ ਹੀ ਰਵੱਈਆ ਹੁੰਦਾ ਪ੍ਰਸ਼ਾਸਨ ਦਾ ਕਿ FIR ਹੋਣ 'ਚ ਇੰਨੀ ਦੇਰੀ ਲੱਗਦੀ? ਜਦੋਂ ਘਟਨਾ ਵਾਪਰੀ ਸੀ ਨਾਲ ਦੀ ਨਾਲ FIR ਹੁੰਦੀ। ਜਦੋਂ ਕੋਈ ਹੋਰ ਹੁੰਦੀ ਹੈ ਤਾਂ ਖੁੱਲ੍ਹੀ FIR ਰੱਖ ਲੈਂਦੇ, ਚੱਕ ਚੱਕ ਕੇ ਪਾਈ ਜਾਂਦੇ ਨੇ ਸਾਰਿਆਂ ਨੂੰ ਵਿੱਚ। 120B ਦੇ ਅੰਦਰ ਸਭ ਨੂੰ ਪਾਈ ਜਾਂਦੇ ਨੇ। ਤਾਂ ਇਸ ਕਰਕੇ ਇਹ ਸਭ ਇਨਸਾਫ ਦੀ ਹੁਣ ਉਮੀਦ ਅਸੀਂ ਨਹੀਂ ਕਹਿੰਦੇ ਇਨਸਾਫ ਨਹੀਂ ਮਿਲੂਗਾ। ਇਨਸਾਫ ਮਿਲਣਾ ਚਾਹੀਦਾ। ਇਨਸਾਫ ਕਿਵੇਂ ਲੈਣਾ ਇਹ ਜਥੇਬੰਦੀਆਂ ਤੈਅ ਕਰਨ। ਉਹਨਾਂ ਪਰਿਵਾਰਾਂ ਦੀ ਇੱਕੋ ਉਮੀਦ ਹੋਏਗੀ, ਜਥੇਬੰਦੀਆਂ, ਉਹਨਾਂ ਪਰਿਵਾਰਾਂ ਦੀ ਇੱਕੋ ਉਮੀਦ ਹੋਏਗੀ। ਸੰਯੁਕਤ ਮੋਰਚਾ ਕਿਹਦੇ ਲਈ ਲੜ ਰਹੇ ਸੀ? ਉਹ ਆਪਣੇ ਨਿੱਜ ਲਈ ਤਾਂ ਨਹੀਂ ਲੜ ਰਹੇ ਸੀ, ਆਪਣੇ ਘਰਾਂ ਲਈ ਤਾਂ ਨਹੀਂ ਲੜ ਰਹੇ ਸੀ, ਸਾਂਝੇ ਕਾਜ ਲਈ ਲੜ ਰਹੇ ਸੀ ਉਹ। ਤੇ ਸਾਂਝਾ ਕਾਜ ਕੀ ਹੈਗਾ? ਸਾਰੀਆਂ ਗੱਲਾਂ ਸਾਂਝੀਆਂ ਹੋਣੀਆਂ। ਇਸ ਕਰਕੇ ਬੜੀ ਸ਼ਰਮਨਾਕ ਗੱਲ ਹੈ ਕਿ ਇਸ ਤਰ੍ਹਾਂ ਦੇ ਰਵੱਈਆ ਸਟੇਟ ਨੇ ਕੀਤਾ। ਪਰ ਸੰਯੁਕਤ ਮੋਰਚੇ ਨੂੰ, ਕਿਸਾਨ ਲੀਡਰਸ਼ਿਪ ਨੂੰ ਚਾਹੀਦਾ ਕਿ ਇਸ ਦੀ ਝੰਡਾ ਬਰਦਾਰ ਬਣੇ ਇਸ ਦਾ ਪੂਰੇ ਅੰਦੋਲਨ ਦਾ। ਉੱਥੇ ਇਨਸਾਫ ਮਿਲਣਾ ਬਹੁਤ ਜ਼ਰੂਰੀ ਆ। ਅਸੀਂ ਦੇਖ ਰਹੇ ਹਾਂ ਬਹੁਤ ਸਾਰੀਆਂ ਥਾਵਾਂ 'ਤੇ ਘਟਨਾਵਾਂ ਹੋ ਰਹੀਆਂ ਨੇ। ਉਹਨਾਂ ਘਟਨਾਵਾਂ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਲੋਕਾਂ 'ਚ ਰੋਸ ਰਹਿੰਦਾ ਹੈਗਾ। ਜਿਵੇਂ ਕਰਨਾਲ ਹੋਇਆ, ਹੋਰ ਬਹੁਤ ਸਾਰੀਆਂ ਥਾਵਾਂ 'ਤੇ, ਸਿਰਸਾ 'ਚ ਹੋਇਆ ਸੀਗਾ, ਕਈ ਥਾਵਾਂ ਦੇ ਉੱਤੇ। ਤਾਂ ਲੋਕ ਇਹ ਕਹਿੰਦੇ ਨੇ, ਫੋਨ ਕਰਦੇ ਆ ਸਾਨੂੰ ਵੀ ਕਿ ਜੀ ਗੱਲ ਤਾਂ ਹੋ ਗਈ ਸੀ, ਉਦੋਂ ਬਾਅਦ ਫੋਲੋਅਪ ਨਹੀਂ ਹੋਇਆ। ਅਸੀਂ ਫਿਰ ਕਹਿੰਦੇ ਹੈਗੇ ਕਿ ਗੱਲ ਲੀਡਰਾਂ ਦੀ ਇੰਟੈਗ੍ਰਿਟੀ ਦਾ ਮਸਲਾ ਨਹੀਂ ਹੈ ਕਿ ਅਸੀਂ ਕਹਿੰਦੇ ਕਿ ਰਕੇਸ਼ ਟਕੈਤ ਜਾ ਕੇ ਉੱਤੇ ਕੋਈ ਜਿਵੇਂ ਦੂਜੇ ਕਹਿੰਦੇ ਨੇ ਆਹ ਹੋ ਗਿਆ ਜੀ ਉਹ ਹੋ ਗਿਆ ਹੀ ਨਹੀਂ। ਸਵਾਲ ਇਹ ਹੈ ਕਿ ਫੋਲੋਅਪ ਹੋਣਾ ਚਾਹੀਦਾ ਘਟਨਾਵਾਂ ਦਾ। ਜਿਹੜੀਆਂ ਘਟਨਾਵਾਂ ਇੱਕ ਲਿਸਟ ਬਣਨੀ ਚਾਹੀਦੀ ਹੈ ਅੰਦੋਲਨ 'ਚ ਹੋ ਗਈਆਂ, ਜਿੱਥੇ ਗੜਬੜ ਹੋਈ, ਜਿੱਥੇ ਆਹ ਤਾਂ ਸਭ ਤੋਂ ਵੱਡੀ ਘਟਨਾ ਹੋ ਗਈ, ਇਹੀ ਤਾਂ ਘਟਨਾ ਹੀ ਨਹੀਂ ਹੋਈ ਸੀ ਅੰਦੋਲਨ 'ਚ। ਇਹਦਾ ਡੇ ਟੂ ਡੇ ਫੋਲੋਅਪ ਹੋਣਾ ਚਾਹੀਦਾ ਔਰ ਪ੍ਰੈਸ਼ਰ ਹੋਣਾ ਚਾਹੀਦਾ ਪ੍ਰਸ਼ਾਸਨ 'ਤੇ। ਉਹਨਾਂ ਨੂੰ ਅਲਟੀਮੇਟਮ ਦੇਣਾ ਚਾਹੀਦਾ ਕਿ ਜੇ ਨਹੀਂ ਕਰੋਗੇ ਤਾਂ ਸਾਰਾ ਆ ਕੇ ਸੰਯੁਕਤ ਮੋਰਚਾ ਉੱਥੇ ਬਹਿ ਜਾਊਗਾ। ਉੱਤਰ ਪ੍ਰਦੇਸ਼ 'ਚ ਇਲੈਕਸ਼ਨ ਨੇ, ਮਿਸ਼ਨ ਉੱਤਰ ਪ੍ਰਦੇਸ਼ ਕਿਹਾ ਜਾ ਰਿਹਾ, ਤਾਂ ਮਿਸ਼ਨ ਉੱਤਰ ਪ੍ਰਦੇਸ਼ ਛੱਡ ਕੇ ਮਿਸ਼ਨ ਇਨਸਾਫ ਹੋਣਾ ਚਾਹੀਦਾ। ਮਿਸ਼ਨ ਉੱਤਰ ਪ੍ਰਦੇਸ਼ ਬਾਅਦ 'ਚ ਹੋਵੇ, ਮਿਸ਼ਨ ਇਨਸਾਫ ਪਹਿਲਾਂ ਹੋਵੇ। ਇਹਨਾਂ ਪਰਿਵਾਰਾਂ ਨੂੰ ਜੇ ਇਨਸਾਫ ਨਹੀਂ ਮਿਲੇਗਾ ਤਾਂ ਲੋਕ ਲੜਨਗੇ ਨਹੀਂ। ਲੋਕ ਉਹਦੀ ਲੜਦੇ ਨੇ ਜਦੋਂ ਲੋਕਾਂ ਨੂੰ ਭਰੋਸਾ ਹੁੰਦਾ ਕਿ ਹਾਂ ਜੇ ਸਾਡੇ ਨਾਲ ਕੁਝ ਹੋ ਵੀ ਜਾਊਗਾ ਤਾਂ ਸਾਡੇ ਲੀਡਰ ਖੜ੍ਹੇ ਨੇ, ਸਾਡਾ ਸਾਰਾ ਭਾਈਚਾਰਾ ਖੜਾ ਸਾਡੇ ਨਾਲ। ਇਸ ਕਰਕੇ ਜ਼ਰੂਰੀ ਹੈ ਕਿ ਸਾਰਾ ਭਾਈਚਾਰਾ ਵੀ ਖੜ੍ਹੇ, ਸਾਰੀ ਲੀਡਰਸ਼ਿਪ ਵੀ ਖੜ੍ਹੇ। ਯੋਗੀ ਸਰਕਾਰ ਦੀ ਇਸ ਘਟਨਾ ਤੋਂ ਬਾਅਦ ਵੱਡੇ ਪੱਧਰ ਤੇ ਆਲੋਚਨਾ ਹੋ ਰਹੀ ਹੈ, ਪੂਰੇ ਦੇਸ਼ 'ਚ ਹੋ ਰਹੀ ਹੈ। ਪਰ ਕੀ ਲੱਗਦਾ ਕਿ ਆਉਣ ਵਾਲੀਆਂ ਚੋਣਾਂ 'ਚ ਇਹ ਜਿਹੜੀ ਘਟਨਾ ਹੈਗੀ ਹੈ ਯੋਗੀ ਸਰਕਾਰ ਦੀ ਪੂਰੀ ਸਿਆਸਤ ਤੇ ਕੀ ਅਸਰ ਪਾਉਣ ਵਾਲੀ ਹੈ? ਦੇਖੋ, ਸਿਆਸਤ 'ਤੇ ਅਸਰ ਤਾਂ ਪਏਗਾ। ਇਸੇ ਕਰਕੇ FIR ਜੇ ਬਾਈ ਨੇਮ ਹੋਈ ਹੈ ਨਾ, ਇਹ ਬਹੁਤ ਵੱਡੀ ਗੱਲ ਆ। ਇਹ ਇਸ ਕਰਕੇ ਨਹੀਂ ਹੋਈ ਕਿ ਉਹਨਾਂ ਨੇ ਇਨਸਾਫ ਦੇਣਾ ਜਾਂ ਉਹਨਾਂ ਨੇ ਬਹੁਤ ਮਤਲਬ ਸੀਰੀਅਸ ਨੇ ਉਹ ਇੱਕਦਮ ਹੀ ਉਹਨਾਂ ਨੂੰ ਇਨਸਾਫ ਆ ਗਿਆ ਉਹਨਾਂ ਦੇ ਦਿਲ 'ਚ। ਉਹਨਾਂ ਨੂੰ ਪਤਾ ਕਿ ਸਾਡੀ ਬਦਨਾਮੀ ਬਹੁਤ ਵੱਡੇ ਪੱਧਰ 'ਤੇ ਹੋ ਗਈ। ਵੀਡੀਓ ਸਾਹਮਣੇ ਆ ਗਿਆ, ਪੂਰੇ ਉੱਤਰ ਪ੍ਰਦੇਸ਼ 'ਚ ਬਹੁਤ ਗਲਤ ਮੈਸੇਜ ਆ ਰਿਹਾ ਹੈਗਾ। ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਆਲੋਚਨਾ ਹੋ ਰਹੀ ਹੈ। ਜੇ ਅਸੀਂ ਕਦਮ ਨਹੀਂ ਚੁੱਕਾਂਗੇ ਰੁਕੇਗੀ ਨਹੀਂ। ਇਸ ਕਰਕੇ ਹੋਈ ਹੈ। ਵੈਸੇ ਵੀ ਮਾਹੌਲ ਜਿਹੜਾ ਬਣ ਰਿਹਾ ਪੂਰੇ ਪੱਛਮੀ ਉੱਤਰ ਪ੍ਰਦੇਸ਼ ਦਾ ਬਹੁਤ ਵੱਡਾ ਪ੍ਰਭਾਵ ਆ। ਬਾਕੀ ਯੂਪੀ ਦੇ ਅੰਦਰ ਵੀ ਬਹੁਤ ਵੱਡਾ ਪ੍ਰਭਾਵ ਜਾ ਰਿਹਾ ਹੈਗਾ। ਯੋਗੀ ਸਰਕਾਰ ਦੇ ਲਈ ਆਉਣ ਵਾਲੇ ਦਿਨਾਂ 'ਚ ਬਹੁਤ ਔਖੇ ਹੋਣਗੇ ਜੇ ਇਸ ਤਰ੍ਹਾਂ ਦੀ। ਔਰ ਇੱਕੋ ਭੋਲੇ ਭਾਲੇ ਲੋਕ ਜਿਹੜੇ ਵਿਚਾਰੇ ਆਪਣੇ ਹੱਕਾਂ ਲਈ ਲੜ ਰਹੇ ਨੇ ਔਰ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਹੈ, ਕੁਦਰਤ ਵੀ ਤਾਂ ਕੋਈ ਚੀਜ਼ ਹੁੰਦੀ ਹੈ ਨਾ। ਇਨਸਾਫ ਜ਼ਰੂਰ ਹੋਏਗਾ। ਜੇ ਅਦਾਲਤਾਂ 'ਚੋਂ ਨਾ ਮਿਲਿਆ, ਥਾਣਿਆਂ 'ਚੋਂ ਨਾ ਮਿਲਿਆ, ਕੁਦਰਤ ਇਨਸਾਫ ਕਰ ਦਿੰਦੀ ਹੁੰਦੀ ਹੈ। ਤਾਂ ਕੁਦਰਤ ਇਨਸਾਫ ਜ਼ਰੂਰ ਕਰੇਗੀ। ਪਰ ਚਾਹੀਦਾ ਇਹ ਹੈਗਾ ਕਿ ਕਿਸਾਨ ਮੋਰਚਾ ਜਿਹੜਾ ਔਰ ਜਿੰਨੇ ਸਾਡੇ ਲੀਡਰ ਨੇ ਇਸ ਗੱਲ ਦਾ ਪੂਰਾ ਪ੍ਰੋਪਰ ਫੋਲੋਅਪ ਕਰਨ ਔਰ
ਯੂਪੀ ਸਰਕਾਰ ਦੇ ਉੱਤੇ ਇੱਕ ਵੱਡਾ ਪ੍ਰੈਸ਼ਰ ਬਿਲਡ ਕਰਨ, ਯੂਪੀ ਦੇ ਲੋਕਾਂ ਨੂੰ ਜਾਗਰਤ ਕਰਨ। ਇੱਕ ਇਹੀ ਜੀ ਸਰਕਾਰ ਹੈ, ਅੱਜ ਇਹ ਕਰ ਰਹੀ ਹੈ, ਕੱਲ ਨੂੰ ਪਤਾ ਨਹੀਂ ਕੀ ਕਰੇਗੀ, ਦੁਬਾਰਾ ਸੱਤਾ 'ਚ ਆਏਗੀ। ਤਾਂ ਇਹਨਾਂ ਨੂੰ ਘੱਟੋ ਘੱਟ ਇਹ ਦੱਸਣਾ ਚਾਹੀਦਾ ਇਸ ਤਰ੍ਹਾਂ ਦੀ ਘਟਨਾ ਆਪਣੇ ਹੀ ਦੇਸ਼ ਦੇ ਲੋਕਾਂ ਨਾਲ ਕੀ ਕਰੀ ਜਾਂਦੇ ਹੋ, ਤਾਂ ਸਮਝ ਤੋਂ ਬਾਹਰ ਆਏ ਗੱਲ। ਇਹ ਦੇਸ਼ ਦਾ ਬਣ ਕੀ ਰਿਹਾ, ਦੇਸ਼ ਕਿੱਧਰ ਨੂੰ ਜਾ ਰਿਹਾ ਹੈਗਾ। ਲੋਕ ਮਤਲਬ ਬਹੁਤ ਚਿੰਤਤ ਨੇ, ਸਭ ਨੂੰ ਚਿੰਤਾ ਹੁੰਦੀ ਹੈ ਗੱਲਾਂ ਜਾ ਕਿੱਧਰ ਨੂੰ ਰਹੀਆਂ ਨੇ। ਸਾਡੇ ਹੀ ਮੁਲਕ ਆ, ਸਾਡੇ ਹੀ ਲੋਕ ਨੇ। ਪ੍ਰੋਟੈਸਟ ਕਰਨਾ ਤੁਸੀਂ ਹੱਕ ਆ ਸੰਵਿਧਾਨ ਦੇ ਅੰਦਰ, ਇਸ ਹੱਦ ਤੱਕ ਜਾਓਗੇ ਤਾਂ ਇਸ ਗੁੰਡਾਗਰਦੀ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ। ਔਰ ਕਿਸਾਨ ਮੋਰਚੇ ਨੂੰ ਜ਼ਬਰਦਸਤ ਫੋਲੋਅਪ ਇਹਦਾ ਕਰਨਾ ਚਾਹੀਦਾ ਔਰ ਡਟ ਕੇ ਉੱਥੇ ਉਹਨਾਂ ਪਰਿਵਾਰਾਂ ਦੀ ਹਮਾਇਤ ਕਰਨੀ ਚਾਹੀਦੀ, ਉਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ। ਸੋ ਦੇਖਣਾ ਹੋਏਗਾ ਕਿ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਕਿਵੇਂ ਇਨਸਾਫ ਮਿਲੇਗਾ।